ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾਵੇ ਵਾਲੀ ਭਗਤੀ ਦਾ ਖੰਡਨ ਕਰਦੇ ਨੇ ਅਤੇ ਜੀਵਾਂ ਨੂੰ ਸਮਝਾਉਂਦੇ ਨੇ ਕਿ ਭਾਈ ਦਿਖਾਵੇ ਦੇ ਨਾਲ, ਪਹਿਰਾਵੇ ਦੇ ਨਾਲ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਹੁੰਦੀ। ਜਦੋਂ ਤੱਕ ਅਸੀਂ ਆਪਣਾ ਮਨ ਨਹੀਂ ਜੇ ਬਦਲਦੇ, ਸਾਨੂੰ ਜੋ ਕੱਪੜੇ ਨੇ ਸਾਧ ਸੰਗਤ ਜੀ ਉਹ ਸਾਧੂਆਂ ਵਰਗੇ ਪਾ ਕੇ ਅਸੀਂ ਉਸ ਪ੍ਰਮਾਤਮਾ ਨੂੰ ਖੁਸ਼ ਨਹੀਂ ਜੇ ਕਰ ਸਕਦੇ। ਮਨ ਬਦਲਣ ਦੇ ਨਾਲ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦਾ ਗਿਆਨ ਹੁੰਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਭਾਈ ਬਹੁਤੇ ਲੋਕ ਨੇ ਜੋ ਮੱਥੇ ਤੇ ਤਿਲਕ ਲਗਾ ਕੇ ਸਾਧੂਆਂ ਵਰਗਾ ਭੇਖ ਬਣਾ ਕੇ ਇਹ ਦਿਖਾਉਂਦੇ ਨੇ ਕਿ ਭਾਈ ਮੈਂ ਪ੍ਰਮਾਤਮਾ ਦਾ ਪਿਆਰਾ ਹਾਂ, ਮੈਂ ਪ੍ਰਮਾਤਮਾ ਦਾ ਭਗਤ ਹਾਂ। ਪਰ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਚੀਜ਼ ਦਾ ਖੰਡਨ ਕਰਦੇ ਨੇ ਕਿ ਭਾਈ ਪਹਿਰਾਵੇ ਦਾ ਉਸ ਪ੍ਰਮਾਤਮਾ ਦੇ ਨਾਲ ਉਸ ਦੀ ਪ੍ਰਾਪਤੀ ਦੇ ਵਿੱਚ ਅਗਰ ਕੋਈ ਰੋਲ ਹੈ ਨਾ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਡਾ ਮਨ ਤੇ ਸਾਡੇ ਕਰਮ। ਜਦੋਂ ਮਨ ਸੱਚ ਦੇ ਰਾਹ ਤੇ ਤੁਰਦਾ ਆ ਤੇ ਜਦੋਂ ਸਾਡੇ ਕਰਮ ਨੇ ਸਾਧ ਸੰਗਤ ਜੀ ਉਹ ਸੱਚ ਦੇ ਰਾਹ ਤੇ ਤੁਰਦੇ ਨੇ, ਫਿਰ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ। ਬਹੁਤੀ ਦੁਨੀਆ ਹੈ ਜੋ ਸਾਧੂਆਂ ਵਰਗਾ ਭੇਖ ਬਣਾ ਕੇ ਲੋਕਾਂ ਨੂੰ ਠੱਗ ਰਹੇ ਨੇ। ਮਾਥੇ ਤਿਲਕ ਹਾਥ ਜਪ ਮਾਲਾ, ਜਗ ਠਗਨੇ ਕੋ ਸਵਾਂਗ ਬਨਾਇਆ। ਮਾਰਗ ਛਾੜ ਕੁਮਾਰਗ ਡੈਕੈ, ਸਾਚੀ ਪ੍ਰੀਤ ਬਿਨ ਰਾਮ ਨ ਪਾਇਆ। ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਅਡੰਬਰਾ ਪਖੰਡਾਂ ਦਾ ਵਿਰੋਧ ਕਰਦੇ ਹੋਏ ਪਾਵਨ ਪਵਿੱਤਰ ਉਪਦੇਸ਼ ਦਿੰਦੇ ਨੇ ਕਿ ਭਾਈ ਬਹੁਤੇ ਜੀਵ ਨੂੰ ਜੋ ਜੀਵ ਮੱਥੇ ਤੇ ਤਿਲਕ ਲਗਾ ਲੈਂਦੇ ਨੇ, ਹੱਥ ਦੇ ਵਿੱਚ ਮਾਲਾ ਪਕੜ ਲੈਂਦੇ ਨੇ ਤੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਭਾਈ ਮੈਂ ਸਾਧੂ ਹਾਂ। ਪਰ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਸਮਝਾਉਣਾ ਹੈ, ਫਰਮਾਨ ਹੈ, ਮਾਥੇ ਤਿਲਕ ਹਾਥ ਜਪ ਮਾਲਾ, ਜਗ ਠਗਨੇ ਕੋ ਸਵਾਂਗ ਬਨਾਇਆ। ਕਿ ਭਾਈ ਐਸੇ ਲੋਕ ਜੋ ਆਪਣੇ ਆਪ ਨੂੰ ਸੱਚਾ ਸੰਤ ਕਹਿੰਦੇ ਨੇ, ਆਪਣੇ ਆਪ ਨੂੰ ਸਾਧੂ ਕਹਿੰਦੇ ਨੇ, ਜਗ ਨੂੰ ਠੱਗ ਰਹੇ ਨੇ। ਮਾਰਗ ਛਾੜ ਕੁਮਾਰਗ ਡੈਕੈ, ਸਾਚੀ ਪ੍ਰੀਤ ਬਿਨ ਰਾਮ ਨਾ ਪਾਇਆ। ਕਿ ਭਾਈ ਪਹਿਰਾਵਾ ਸਾਧੂਆਂ ਵਰਗਾ ਬਣਾ ਕੇ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੁੰਦੀ, ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੁੰਦੀ। ਜਦੋਂ ਤੱਕ ਅਸੀਂ ਸੱਚ ਦੇ ਮਾਰਗ ਤੇ ਨਹੀਂ ਜੇ ਚੱਲਦੇ, ਜਦੋਂ ਤੱਕ ਸਾਡੇ ਕੋਲ ਕੋਈ ਸੱਚਾ ਗੁਰੂ ਨਹੀਂ ਹੈ ਸਾਧ ਸੰਗਤ ਜੀ, ਤੇ ਜਦੋਂ ਤੱਕ ਅਸੀਂ ਗੁਰਾਂ ਦੇ ਦਿਖਾਏ ਮਾਰਗ ਤੇ ਨਹੀਂ ਜੇ ਚੱਲਦੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਸਾਡੀ ਭਟਕਣਾ ਨਹੀਂ ਜੇ ਖਤਮ ਹੁੰਦੀ। ਉਸ ਨੂੰ ਪ੍ਰਮਾਤਮਾ ਨਾਲ ਸੱਚੀ ਪ੍ਰੀਤੀ ਤੋਂ ਬਿਨਾਂ ਇਹ ਅਡੰਬਰਾ ਪਖੰਡਾਂ ਦੇ ਨਾਲ, ਗਲੇ ਦੇ ਵਿੱਚ ਮਾਲਾ ਪਹਿਨਣ ਦੇ ਨਾਲ, ਮੱਥੇ ਤੇ ਤਿਲਕ ਲਗਾਉਣ ਦੇ ਨਾਲ ਸਾਧ ਸੰਗਤ ਜੀ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੇ ਹੁੰਦੀ। ਮਾਰਗ ਛਾੜ ਕੁਮਾਰਗ ਡੈਕੈ, ਸਾਚੀ ਪ੍ਰੀਤ ਬਿਨ ਰਾਮ ਨਾ ਪਾਇਆ। ਕਿ ਭਾਈ ਸਾਨੂੰ ਸੱਚੀ ਪ੍ਰੀਤ ਕਰਨੀ ਪੈਣੀ ਉਸ ਪ੍ਰਮਾਤਮਾ ਦੇ ਨਾਲ ਤੇ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ। ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਪ੍ਰਮਾਤਮਾ ਨੂੰ ਮੰਨਦੇ ਨੇ, ਪ੍ਰਮਾਤਮਾ ਨਾਲ ਪਿਆਰ ਕਰਦੇ ਨੇ, ਪਰ ਮਨੁੱਖਤਾ ਨੂੰ ਨਫ਼ਰਤ ਕਰਦੇ ਨੇ, ਆਪਣੇ ਭੈਣ ਭਰਾਵਾਂ ਨੂੰ ਨਫ਼ਰਤ ਕਰਦੇ ਨੇ ਸਾਧ ਸੰਗਤ ਜੀ। ਤੇ ਇੱਕ ਗੱਲ ਵਿਚਾਰਨ ਵਾਲੀ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਫਰਮਾਨ ਹੈ, ਸਭ ਮੇ ਹਰ ਹੈ, ਹਰ ਮੇ ਸਭ ਹੈ, ਹਰ ਆਪਣੋ ਜਿਨ ਜਾਨਾ। ਜਿਵੇਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਸਾਧ ਸੰਗਤ ਜੀ ਜੋ ਜੀਵ ਪ੍ਰਮਾਤਮਾ ਨੂੰ ਪਿਆਰ ਕਰਦਾ ਆ ਉਹ ਇਨਸਾਨਾਂ ਨੂੰ ਵੀ ਪਿਆਰ ਜ਼ਰੂਰ ਕਰੇਗਾ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਭਾਈ ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਹੈ, ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਹੈ। ਇਸ ਲਈ ਜੋ ਸੱਚਾ ਸਾਧੂ ਹੈ ਉਹ ਇਕੱਲਾ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਜੇ ਕਰਦਾ ਸਾਧ ਸੰਗਤ ਜੀ, ਕਿਉਂਕਿ ਪ੍ਰਮਾਤਮਾ ਦੀ ਰਹਿਣ ਦੀ ਜਗ੍ਹਾ ਕਿੱਥੇ ਹੈ? ਹਰ ਜੀਵ ਦੇ ਵਿੱਚ ਉਹ ਪ੍ਰਮਾਤਮਾ ਬੈਠਾ ਹੈ। ਇਸ ਲਈ ਜੋ ਸੱਚਾ ਸਾਧੂ ਹੈ ਉਹ ਪ੍ਰਮਾਤਮਾ ਦੇ ਨਾਲ ਵੀ ਤੇ ਮਾਨਵਤਾ ਦੇ ਨਾਲ ਵੀ ਪਿਆਰ ਕਰੇਗਾ। ਇਸ ਲਈ ਸਾਧ ਸੰਗਤ ਜੀ ਕਹਿੰਦੇ ਨੇ, ਨਰ ਸੇਵਾ ਨਾਰਾਇਣ ਸੇਵਾ, ਦੇਹਰਾ ਔਰ ਮਸੀਤ ਮੈਂ ਰਵਿਦਾਸ ਨ ਸੀਸ ਨਵਾਏ। ਜੇ ਲੋ ਸੀਸ ਨਿਵਾਵਣਾ ਸੋ ਠਾਕੁਰ ਸਭ ਥਾਏ।
ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਮੰਦਰ ਅਤੇ ਮਸੀਤ ਵਿੱਚ ਜਾ ਕੇ ਪ੍ਰਭੂ ਭਗਤੀ ਲਈ ਸੀਸ ਝੁਕਾਉਣਾ ਜ਼ਰੂਰੀ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਧਾਰਮਿਕ ਸਥਾਨ ਦੇ ਉੱਪਰ ਜਾਣਾ ਹੀ ਹੋਵੇ। ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਜੇਕਰ ਸਾਡੇ ਤੋਂ ਧਾਰਮਿਕ ਸਥਾਨ ਤੇ ਨਾ ਜਾਇਆ ਜਾਵੇ ਤਾਂ ਮਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਜੀ ਰੱਖਣੀ ਸਾਧ ਸੰਗਤ ਜੀ। ਕਿਉਂਕਿ ਜਦੋਂ ਵੀ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ ਉਹ ਸਾਨੂੰ ਇਸ ਸਰੀਰ ਦੇ ਵਿੱਚੋਂ ਹੀ ਹੋਣੀ ਹੈ। ਕਹਿ ਰਵਿਦਾਸ ਹੱਥ ਪੈਨੇ ਰਹਿ ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਕਾਸ ਫਿਰੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਆ ਗੁਰ ਮਨ ਹੀ ਮਾਏ। ਕਿ ਭਾਈ ਮੈਂ ਪ੍ਰਮਾਤਮਾ ਦੀ ਪੂਜਾ ਕਰਨੀ ਧਾਰਮਿਕ ਸਥਾਨਾਂ ਤੇ ਗਿਆ, ਪਰ ਜਦੋਂ ਸੱਚੇ ਸਤਿਗੁਰਾਂ ਦੇ ਦਰਸ਼ਨ ਹੋਏ ਉਹ ਕਹਿੰਦਾ, ਭਾਈ ਉਹ ਪਰਮਪਿਤਾ ਪ੍ਰਮਾਤਮਾ ਤਾਂ ਤੇਰੇ ਅੰਦਰ ਹੀ ਬੈਠਾ ਹੈ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਆ ਗੁਰ ਮਨ ਹੀ ਮਾਏ। ਤੇ ਜਦੋਂ ਸੱਚੇ ਸਤਿਗੁਰਾਂ ਦੀ ਪ੍ਰਾਪਤੀ ਹੋਈ, ਗੁਰੂਆਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਕਿ ਭਾਈ ਜਿਸ ਪ੍ਰਮਾਤਮਾ ਨੂੰ ਤੂੰ ਧਾਰਮਿਕ ਸਥਾਨਾਂ ਤੇ ਲੱਭ ਰਿਹਾ ਆ ਉਹ ਤੇਰੇ ਅੰਦਰ ਹੀ ਬੈਠਾ ਹੈ। ਸਭ ਕੁਝ ਕਰ ਮੈਂ ਬਾਹਰ ਨਹੀਂ, ਬਾਹਰ ਢੋਲੇ ਸੋ ਪਰਮ ਭਲਾਈ। ਕਿ ਭਾਈ ਜੋ ਕੁਝ ਵੀ ਹੈ ਨਾ ਸਾਧ ਸੰਗਤ ਜੀ, ਉਹ ਸਾਡੇ ਅੰਦਰ ਹੀ ਹੈ, ਬਾਹਰ ਕੁਝ ਵੀ ਨਹੀਂ ਹੈ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਕਟ ਹੀ ਮਾਈ। ਕਿ ਭਾਈ ਜਿਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਤੂੰ ਧਾਰਮਿਕ ਸਥਾਨਾਂ ਤੇ ਸ਼ੀਸ਼ ਝੁਕਾਉਂਦਾ ਹੈ, ਜੇਲੋ ਸ਼ੀਸ਼ ਨਿਵਾਵਨਾ ਸੋ ਠਾਕੁਰ ਸਭ ਥਾਈ। ਉਹ ਤਾਂ ਹਰ ਜੀਵ ਦੇ ਵਿੱਚ ਬੈਠਾ ਹੈ, ਤੇਰੇ ਅੰਦਰ ਵੀ ਹੈ। ਤੇ ਤੂੰ ਸੱਚੇ ਗੁਰਾਂ ਨੂੰ ਧਾਰਨ ਕਰ, ਗੁਰਾਂ ਦੇ ਦਿਖਾਏ ਮਾਰਗ ਤੇ ਚੱਲੋ, ਪ੍ਰਮਾਤਮਾ ਤੈਨੂੰ ਤੇਰੇ ਅੰਦਰੋਂ ਹੀ ਮਿਲ ਜਾਵੇ। ਇਹ ਨਹੀਂ ਹੈ ਕਿ ਸਾਧ ਸੰਗਤ ਜੀ ਪ੍ਰਮਾਤਮਾ ਦੀ ਪ੍ਰਾਪਤੀ ਸਾਨੂੰ ਧਾਰਮਿਕ ਸਥਾਨਾਂ ਤੇ ਹੀ ਹੁੰਦੀ। ਇਹ ਚੰਗੀ ਗੱਲ ਹੈ ਕਿ ਭਾਈ ਧਾਰਮਿਕ ਸਥਾਨਾਂ ਦੇ ਉੱਪਰ ਸਤਸੰਗ ਹੁੰਦਾ ਹੈ, ਕੀਰਤਨ ਹੁੰਦਾ ਹੈ, ਪਾਠ ਹੁੰਦਾ ਹੈ। ਉੱਥੇ ਸਾਨੂੰ ਜਦੋਂ ਅਸੀਂ ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਹਾਂ, ਗੁਰਬਾਣੀ ਦਾ ਪਾਠ ਸੁਣਦੇ ਹਾਂ, ਸਤਸੰਗ ਦੇ ਵਿੱਚ ਜਾ ਕੇ ਬੈਠਦੇ ਹਾਂ, ਉੱਥੇ ਜਾ ਕੇ ਸਾਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ, ਸਾਨੂੰ ਸੱਚ ਦਾ ਪਤਾ ਲੱਗਦਾ ਹੈ। ਪਰ ਸਾਧ ਸੰਗਤ ਜੀ ਜੋ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਨੇ, ਗਿਆਨ ਦੀ ਪ੍ਰਾਪਤੀ ਸਾਨੂੰ ਸਰੀਰ ਚੋਂ ਹੀ ਹੋਣੀ ਹੈ। ਧਾਰਮਿਕ ਸਥਾਨਾਂ ਤੇ ਸਾਨੂੰ ਕੋਈ ਸੰਤ ਮਹਾਪੁਰਸ਼ ਰਸਤਾ ਦਿਖਾ ਸਕਦਾ ਹੈ, ਸਾਨੂੰ ਗੁਰਮੰਤਰ ਦੇ ਸਕਦਾ ਹੈ, ਪਰ ਕਮਾਈ ਸਾਧ ਸੰਗਤ ਜੀ ਸਾਨੂੰ ਆਪਣੇ ਆਪ ਦੇ ਅੰਦਰੋਂ ਹੀ ਕਰਨੀ ਪੈਣੀ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਜੋ ਪ੍ਰਮਾਤਮਾ ਪੂਰੇ ਬ੍ਰਹਮੰਡ ਦੇ ਵਿੱਚ ਹੈ, ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਸੋ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਸ਼ਲੋਕਾਂ ਵਿੱਚ ਇਹੀ ਸਮਝਾ ਰਹੇ ਨੇ ਕਿ ਭਾਈ ਜੇਕਰ ਧਾਰਮਿਕ ਸਥਾਨਾਂ ਤੇ ਨਾ ਜਾਇਆ ਜਾਵੇ, ਅਸੀਂ ਮਨ ਦੇ ਵਿੱਚ ਕੋਈ ਇਹ ਨਹੀਂ ਜੀ ਰੱਖਣਾ ਸਾਧ ਸੰਗਤ ਜੀ, ਕੋਈ ਅਫਸੋਸ ਨਹੀਂ ਜੀ ਰੱਖਣਾ ਕਿ ਭਾਈ ਮੈਂ ਉੱਥੇ ਜਾਣਾ ਸੀ, ਉਸ ਤੀਰਥ ਸਥਾਨ ਤੇ ਜਾਣਾ ਸੀ, ਮੇਰੇ ਤੋਂ ਜਾਇਆ ਨਹੀਂ ਜੀ ਜਾਂਦਾ। ਅਸੀਂ ਜਿੱਥੇ ਵੀ ਬੈਠੇ ਹਾਂ, ਜਿੱਥੇ ਵੀ ਕੋਈ ਕੰਮਕਾਰ ਕਰਦੇ ਹਾਂ, ਪਰਮਪਿਤਾ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ ਸਾਧ ਸੰਗਤ ਜੋ, ਪ੍ਰਮਾਤਮਾ ਸਾਨੂੰ ਉੱਥੇ ਹੀ ਮਿਲ ਜਾਣਾ ਹੈ। ਜੇਲੋ ਸੀਸ ਨਿਵਾਵਨਾ ਸੋ ਠਾਕੁਰ ਸਭ ਥਾਈ। ਕਿ ਜਿਸ ਪ੍ਰਮਾਤਮਾ ਦੇ ਸ਼ੀਸ਼ ਝੁਕਾਉਣ ਵਾਸਤੇ ਅਸੀਂ ਸੈਂਕੜੇ ਕਿਲੋਮੀਟਰ ਦੂਰ ਦੀ ਯਾਤਰਾ ਕਰਕੇ ਜਾਂਦੇ ਹਾਂ, ਉਹ ਸਾਡੇ ਅੰਦਰ ਹੀ ਬੈਠਾ ਆ, ਹਰ ਕਣ ਕਣ ਦੇ ਵਿੱਚ ਸਮਾਇਆ ਹੋਇਆ ਸਾਧ ਸੰਗਤ ਜੀ, ਹਰ ਜੀਵ ਦੇ ਵਿੱਚ ਬੈਠਾ ਆ। ਸੋ ਭਾਈ ਗੁਰੂ ਵਾਲੇ ਬਣੋ, ਗੁਰੂਆਂ ਤੋਂ ਗੁਰਮੰਤਰ ਲਓ ਤੇ ਇਸ ਗੁਰਮੰਤਰ ਦੀ ਕਮਾਈ ਕਰੋ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਰਹੋ। ਰਵਿਦਾਸ ਨ ਪੂਜੈ ਦੇਹਰਾ ਔਰ ਮਸਜਿਦ ਜਾਏ, ਜੈ ਤੈ ਈਸ ਕਾ ਬਾਸ ਹੈ, ਤੈ ਤੈ ਸੀਸ ਨਿਵਾਏ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਨਾ ਤਾਂ ਮੈਂ ਮੰਦਿਰ ਵਿੱਚ ਬੈਠ ਕੇ ਪੂਜਾ ਕਰਦਾ ਹਾਂ ਤੇ ਨਾ ਮੈਂ ਮਸਜਿਦ ਦੇ ਵਿੱਚ ਜਾ ਕੇ ਸੀਸ ਝੁਕਾਉਂਦਾ ਹਾਂ। ਜਿੱਥੇ ਜਿੱਥੇ ਪ੍ਰਭੂ ਦਾ, ਅੱਲਾ ਦਾ ਵਾਸਾ ਹੈ, ਮੈਂ ਉੱਥੇ ਉੱਥੇ ਜਾ ਕੇ ਉਸ ਨੂੰ ਸੀਸ ਝੁਕਾਉਂਦਾ ਹਾਂ। ਭਾਵ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਪ੍ਰਮਾਤਮਾ ਤਾਂ ਹਰ ਪਾਸੇ ਹੈ, ਮੇਰੇ ਅੰਦਰ ਹੈ, ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਆ। ਜਹ ਜਹ ਈਸ ਕਾ ਬਾਸ ਹੈ, ਤੈ ਤੈ ਸੀਸ ਨਿਵਾਏ। ਕਿ ਭਾਈ ਇਹ ਜ਼ਰੂਰੀ ਨਹੀਂ ਹੈ ਕਿ ਪ੍ਰਮਾਤਮਾ ਧਾਰਮਿਕ ਸਥਾਨਾਂ ਦੇ ਵਿੱਚ ਹੀ ਹੈ, ਹਰ ਇਨਸਾਨ ਦੇ ਵਿੱਚ, ਹਰ ਜੀਵ ਦੇ ਵਿੱਚ, ਸਾਡੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ, ਤੇਰੇ ਵਿੱਚ ਵੀ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਉਸ ਪਰਮਪਿਤਾ ਪ੍ਰਮਾਤਮਾ ਨੂੰ ਪਿਆਰ ਕਰਦਾ ਹਾਂ ਜੋ ਹਰ ਇਨਸਾਨ ਦੇ ਅੰਦਰ ਹੈ। ਕਹਿ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋ ਏਕ ਰਾਮ ਕਹਿ ਚੁਟਿਆ। ਹਿੰਦੂ ਪੂਜੈ ਦੇਹਰਾ, ਮੁਸਲਮਾਨ ਮਸੀਤ, ਰਵਿਦਾਸ ਪੂਜੈ ਰਾਮ ਕੋ,
ਜਿਹੇ ਨਿਰੰਤਰ ਪ੍ਰੀਤ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੋ ਹਿੰਦੂ ਭਾਈਚਾਰਾ ਹੈ ਉਹ ਮੰਦਿਰ ਵਿੱਚ ਜਾ ਕੇ ਪੂਜਾ ਕਰਦੇ ਨੇ, ਜੋ ਮੁਸਲਮਾਨ ਭਾਈਚਾਰਾ ਹੈ ਭਰਾ ਨੇ ਉਹ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਦੇ ਨੇ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਉਸ ਪ੍ਰਭੂ ਦੀ ਪੂਜਾ ਕਰਦਾ ਹਾਂ ਜੋ ਸਭ ਜਗ੍ਹਾ ਵਿਆਪਕ ਹੈ, ਉਸ ਦੇ ਨਾਲ ਮੇਰਾ ਨਿਰੰਤਰ ਪ੍ਰੇਮ ਹੈ। ਉਸ ਪ੍ਰਭੂ ਨੂੰ ਕੇਵਲ ਮੰਦਿਰ ਤੇ ਮਸਜਿਦ ਤੱਕ ਅਸੀਂ ਸੀਮਤ ਨਹੀਂ ਜੇ ਕਰ ਸਕਦੇ। ਰਵਿਦਾਸ ਪੂਜੈ RAM ਕੋ ਜਿਹੇ ਨਿਰੰਤਰ ਪ੍ਰੀਤ, ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠਿਓ ਆਏ, ਸਾਚੇ ਸਾਮੀ ਮਿਲਨ ਕੋ ਆਨੰਦ ਕਿਹੋ ਨਾ ਜਾਏ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਮੈਂ ਪ੍ਰਭੂ ਦੀ ਪ੍ਰੇਮ ਰੂਪੀ ਪਾਲਕੀ ਵਿੱਚ ਆ ਕੇ ਬੈਠ ਗਿਆ ਹਾਂ ਅਤੇ ਉਸ ਪ੍ਰਭੂ ਦੇ ਮਿਲਾਪ ਰੂਪੀ ਪਰਮ ਆਨੰਦ ਦਾ ਬਿਆਨ ਨਹੀਂ ਜੇ ਕੀਤਾ ਜਾ ਸਕਦਾ। ਤੇ ਸੱਚਾ ਸਾਧ ਸੰਗਤ ਜੀ, ਜਿਨ੍ਹਾਂ ਜੀਵਾਂ ਨੇ ਉਸ ਪ੍ਰਮਾਤਮਾ ਨਾਲ, ਜਿਨ੍ਹਾਂ ਸੰਤ ਮਹਾਂਪੁਰਸ਼ਾਂ ਨੇ ਉਸ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਲਗਾਈ ਹੈ, ਉਸ ਦਾ ਜੋ ਆਨੰਦ ਹੈ ਉਹੀ ਬਿਆਨ ਕਰ ਸਕਦੇ ਨੇ। ਤੇ ਪਰ ਭਾਈ ਜਿਨ੍ਹਾਂ ਨੇ ਪ੍ਰੀਤ ਲਗਾਈ ਹੈ, ਸਤਿਗੁਰੂ ਜੀ ਫਰਮਾਉਂਦੇ ਨੇ ਕਹਿ ਰਵਿਦਾਸ ਅਕਤ ਕਥਾ, ਉਸ ਪ੍ਰੀਤ ਦੇ ਜੋ ਰਸ ਨੂੰ ਅਸੀਂ ਬਿਆਨ ਨਹੀਂ ਜੇ ਕਰ ਸਕਦੇ। ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ, ਸਾਧ ਸੰਗਤ ਜੀ ਕਹਿੰਦੇ ਨੇ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਐਡਾ ਵੱਡਾ ਆ ਕਿ ਉਸ ਨੂੰ ਕਥਿਆ ਨਹੀਂ ਜੇ ਜਾ ਸਕਦਾ। ਕਹਿ ਰਵਿਦਾਸ ਅਕਤ ਕਥਾ, ਕਿ ਭਾਈ ਉਸ ਦੀ ਜੋ ਕਥਾ ਆ ਉਹ ਕਥੀ ਨਹੀਂ ਜੇ ਜਾ ਸਕਦੀ। ਤੇ ਜੋ ਸੱਚੀ ਪ੍ਰੀਤ ਕਰਦੇ ਨੇ ਸਾਧ ਸੰਗਤ ਜੀ, ਉਸ ਦਾ ਜੋ ਰਸ ਹੈ ਉਹ ਵੀ ਬਿਆਨ ਨਹੀਂ ਜੇ ਹੁੰਦਾ। ਜਿਵੇਂ ਕੋਈ ਗੁੰਗਾ ਗੁੜ ਖਾ ਕੇ ਸਾਧ ਸੰਗਤ ਜੀ ਦਾ ਸਵਾਦ ਨਹੀਂ ਜੇ ਦੱਸ ਸਕਦਾ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਜੋ ਰਸ ਹੈ ਉਹ ਬਿਆਨ ਨਹੀਂ ਜੇ ਕੀਤਾ ਜਾ ਸਕਦਾ। ਸਾਚੇ ਸਾਮੀ ਮਿਲਨ ਕੋ ਆਨੰਦ ਕਿਹੋ ਨਾ ਜਾਏ, ਕਿ ਭਾਈ ਸ਼ਬਦਾਂ ਦੇ ਵਿੱਚ ਉਸ ਆਨੰਦ ਨੂੰ, ਜੋ ਪ੍ਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਹੈ, ਜੋ ਸੱਚੀ ਪ੍ਰੀਤ ਦਾ ਆਨੰਦ ਹੈ, ਉਹ ਬਿਆਨ ਨਹੀਂ ਜੇ ਕੀਤਾ ਜਾ ਸਕਦਾ। ਰਵਿਦਾਸ ਮੋਰੇ ਮਨ ਲਾਗਿਓ RAM ਪ੍ਰੇਮ ਕੋ ਤੀਰ, RAM ਰਸਾਇਣ ਜੋ ਮਿਲੈ ਤੋ ਹਰੈ ਹਮਾਰੀ ਪੀਰ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਮੇਰੇ ਮਨ ਵਿੱਚ ਪ੍ਰਭੂ ਪ੍ਰੇਮ ਰੂਪੀ ਤਿੱਖਾ ਤੀਰ ਲੱਗਿਆ ਹੋਇਆ ਆ। ਭਾਵ ਮੇਰੇ ਮਨ ਵਿੱਚ ਪ੍ਰਭੂ ਨੂੰ ਮਿਲਣ ਦੀ ਤੀਬਰ ਇੱਛਾ ਲੱਗੀ ਹੋਈ ਹੈ। ਤੇ ਜਦੋਂ ਮੈਨੂੰ RAM ਰਸਾਇਣ ਭਾਵ ਪ੍ਰਭੂ ਦੇ ਨਾਮ ਰੂਪੀ ਦਵਾਈ ਮਿਲ ਗਈ, ਉਸ ਨਾਲ ਮੇਰੀ ਜੋ ਵਿਯੋਗ ਰੂਪੀ ਪੀੜਾ ਆ ਉਹ ਖਤਮ ਹੋ ਗਈ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਜਦੋਂ ਤੱਕ ਸਾਡੇ ਅੰਦਰ ਉਸ ਪਰਮ ਪਿਤਾ ਪ੍ਰਮਾਤਮਾ ਦੇ ਪ੍ਰਤੀ ਸੱਚੀ ਪ੍ਰੀਤ ਨਹੀਂ ਜੇ ਪੈਦਾ ਹੁੰਦੀ, ਜਿਵੇਂ ਮੱਛੀ ਦੀ ਪਾਣੀ ਦੇ ਨਾਲ, ਸਾਧ ਸੰਗਤ ਜੀ ਐਸੀ ਪ੍ਰੀਤ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਫਰਮਾਉਂਦੇ ਨੇ ਸਾਧ ਸੰਗਤ ਜੀ ਕਿ ਭਾਈ ਮੱਛੀ ਜਿੰਦੇ ਵੀ ਪਾਣੀ ਵਿੱਚ ਰਹਿੰਦੀ ਹੈ। ਇਹ ਜੋ ਜੀਵ ਉਸ ਨੂੰ ਪਾਣੀ ਵਿੱਚੋਂ ਕੱਢ ਕੇ, ਜਦੋਂ ਉਸ ਨੂੰ ਅਲੱਗ-ਅਲੱਗ ਪ੍ਰਕਾਰ ਨਾਲ ਬਣਾ ਕੇ ਉਸ ਨੂੰ ਕੱਟ ਕੇ ਖਾ ਜਾਂਦਾ ਆ, ਉਹ ਮਰਨ ਤੋਂ ਬਾਅਦ ਵੀ ਪਾਣੀ ਮੰਗਦੀ ਹੈ। ਜੋ ਜੀਵ ਮੱਛੀ ਖਾਂਦਾ ਸਾਧ ਸੰਗਤ ਜੀ, ਉਸ ਨੂੰ ਪਿਆਸ ਬੜੀ ਲੱਗਦੀ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੈਸੀ ਮੱਛੀ ਦੀ ਪ੍ਰੀਤ ਜੋ ਪਾਣੀ ਦੇ ਨਾਲ ਆ, ਐਸੀ ਪ੍ਰੀਤ ਅਸੀਂ ਸੱਚ ਦੇ ਨਾਲ ਪਾਈਏ, ਐਸੀ ਪ੍ਰੀਤ ਅਸੀਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਪਾਈਏ। ਰਵਿਦਾਸ ਮੋਰੇ ਮਨ ਲਾਗਿਓ RAM ਪ੍ਰੇਮ ਕੋ ਤੀਰ, RAM ਰਸਾਇਣ ਜੋ ਮਿਲੈ ਤੋ ਹਰੈ ਹਮਾਰੀ ਪੀਰ। ਕਾਮਤਰਾ ਕਾ ਦਵਾਰਕਾ ਕਾਸ਼ੀ ਹਰਦੁਆਰ, ਰਵਿਦਾਸ ਖੋਜਾ ਦਿਲ ਆਪਣਾ ਤੋ ਮਿਲਿਆ ਦਿਲਦਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਪ੍ਰਮਾਤਮਾ ਨੂੰ ਜੋ ਜੀਵ ਆ ਉਹ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਲੱਭਦਾ ਫਿਰਦਾ। ਕੋਈ ਮਥੁਰਾ ਦੇ ਵਿੱਚ ਜਾਂਦਾ ਹੈ, ਕੋਈ ਦਵਾਰਕਾ, ਕੋਈ ਕਾਸ਼ੀ, ਕੋਈ ਹਰਿਦੁਆਰ। ਉਸ ਪ੍ਰਮਾਤਮਾ ਦੀ ਭਾਲ ਲਈ ਇਹ ਜੋ ਜੀਵ ਹੈ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਦਾ ਹੈ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਦੋਂ ਤੱਕ ਸਾਨੂੰ ਸੱਚਾ ਗੁਰੂ ਨਹੀਂ ਜੇ ਮਿਲਦਾ, ਤੇ ਜੋ ਗੁਰੂ ਸਾਨੂੰ ਗੁਰਮੰਤਰ ਦੇਵੇ ਉਸ ਗੁਰਮੰਤਰ ਦੀ ਕਮਾਈ ਨਹੀਂ ਜੇ ਕਰਦੇ, ਜਦੋਂ ਤੱਕ ਅਸੀਂ ਸੱਚ ਦੇ ਰਾਹ ਤੇ ਨਹੀਂ ਜੇ ਤੁਰਦੇ, ਸਾਨੂੰ ਸੱਚ ਦੀ ਪ੍ਰਾਪਤੀ, ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਹੋਣੀ। ਸਾਧ ਸੰਗਤ ਜੀ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਜਦੋਂ ਤੱਕ ਸਾਡੇ ਮਨ ਦੇ ਵਿੱਚ ਗੁਰਾਂ ਦੇ ਗਿਆਨ ਦੀ ਜੋਤ ਨਹੀਂ ਜੇ ਜਗਦੀ, ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਐਤੇ ਚਾਨਣ ਹੁੰਦਿਆਂ ਗੁਰੂ ਬਿਨ ਕੋਰ ਅੰਧਾਰ।
ਕਿ ਭਾਈ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਚਲੇ ਜਾਈਏ, ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਗੁਰੂ ਦਾ ਗਿਆਨ ਨਹੀਂ ਹੈ, ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ, ਚਾਹੇ ਅਨੇਕਾਂ ਸੂਰਜ ਉੱਗ ਜਾਣ, ਅਨੇਕਾਂ ਚੰਦਰਮਾ ਉੱਗ ਜਾਣ, ਜੇ ਸੋ ਚੰਦਾ ਉਗਵੇ, ਸੈਂਕੜੇ ਚੰਦਰਮਾ ਉੱਗ ਜਾਣ, ਹਜ਼ਾਰਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ, ਭਾਵੇਂ ਜਿੰਨੇ ਮਰਜ਼ੀ ਸੂਰਜ ਉੱਗ ਜਾਣ, ਸਾਧ ਸੰਗਤ ਜੀ ਚੰਦਰਮਾ ਉੱਗ ਜਾਣ, ਜਦੋਂ ਤੱਕ ਸਾਡੇ ਮਨ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਹੈ, ਸਾਡੇ ਮਨ 'ਚ ਹਨੇਰਾ ਹੀ ਰਹਿਣਾ ਹੈ। ਤੇ ਭਾਈ ਇਹ ਹਨੇਰਾ ਦੂਰ ਕਿਵੇਂ ਹੋਵੇਗਾ? ਸਤਿਗੁਰੂ ਜੀ ਫਰਮਾਉਂਦੇ ਨੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਕਿ ਭਾਈ ਗੁਰੂ ਦੇ ਗਿਆਨ ਨਾਲੇ ਜੋ ਮਨ ਦਾ ਹਨੇਰਾ ਆ, ਇਹ ਦੂਰ ਹੁੰਦਾ ਹੈ। ਸਤਿਗੁਰੂ ਜੀ ਕੋਈ ਦੁਨਿਆਵੀ ਜੋਤਾਂ ਦੀ ਗੱਲ ਨਹੀਂ ਜੇ ਕਰਦੇ ਕਿ ਭਾਈ ਅਸੀਂ ਕੋਈ ਦੁਨਿਆਵੀ ਜੋਤ ਜਗਾਣੀ। ਸਾਧ ਸੰਗਤ ਜੀ ਜਿਵੇਂ ਜੋਤ ਜਗਾਉਣ ਦੇ ਨਾਲ ਕਮਰੇ 'ਚ ਚਾਨਣ ਹੁੰਦਾ ਆ, ਉਸੇ ਪ੍ਰਕਾਰ ਜਦੋਂ ਸਾਡੇ ਮਨ ਦੇ ਵਿੱਚ ਗੁਰਾਂ ਦੇ ਗਿਆਨ ਦੀ ਜੋਤ ਜਗਦੀ ਹੈ, ਸਾਡੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦਾ ਹਨੇਰਾ ਆ, ਉਹ ਦੂਰ ਹੁੰਦਾ ਹੈ। ਤੁਰਕ ਮਸੀਤ ਅੱਲਾ ਟੁੰਡਈ, ਹਿੰਦੂ ਦੇਹਰੇ ਰਾਮ ਗੁਸਾਈ, ਰਵਦਾਸ ਢੂੰਡਿਓ ਰਾਮ ਰਹੀਮ ਕੋ, ਜੈ ਮਸੀਤ ਦੇਹਰਾ ਨਾਹੀ। ਸਾਧ ਸੰਗਤ ਜੀ ਸਤਿਗੁਰੂ ਜੀ ਅੱਜ ਪਾਵਨ ਪਵਿੱਤਰ ਸ਼ਲੋਕਾਂ 'ਚ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਜ਼ਰੂਰੀ ਨਹੀਂ ਹੈ ਕਿ ਧਾਰਮਿਕ ਸਥਾਨਾਂ ਤੇ ਹੀ ਪ੍ਰਮਾਤਮਾ ਵਸਦਾ ਆ, ਜ਼ਰੂਰੀ ਨਹੀਂ ਹੈ ਕਿ ਸਾਧੂਆਂ ਵਰਗੇ ਭੇਖ ਬਣਾਣਾ ਫਿਰ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ। ਸਾਧ ਸੰਗਤ ਜੀ ਅਸੀਂ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਵੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਗ੍ਰਸਤੀ ਸਨ, ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ, ਆਪਣੇ ਹੱਥਾਂ ਨਾਲ ਇਹਨਾਂ ਨੇ ਕਿਰਤ ਕਮਾਈਆਂ ਕੀਤੀਆਂ ਨੇ। ਮਹਾਪੁਰਸ਼ਾਂ ਨੇ ਸਾਧ ਸੰਗਤ ਜੀ ਕਿਰਤ ਕਮਾਈਆਂ ਕਰਦੇ ਕਰਦੇ ਆਪਣੇ ਅੰਦਰੋਂ ਪ੍ਰਮਾਤਮਾ ਦੀ ਖੋਜ ਕੀਤੀ। ਆਪ ਇਸ ਭਵ ਸਾਗਰ ਤੋਂ ਤਰੇ, ਅਨੇਕਾਂ ਜੀਵਾਂ ਨੂੰ ਭਵ ਸਾਗਰ ਤੋਂ ਤਾਰਿਆ। ਤੇ ਇਹੀ ਸੰਦੇਸ਼ ਜੋ ਸਾਨੂੰ ਦੇ ਰਹੇ ਨੇ ਕਿ ਭਾਈ ਜ਼ਰੂਰੀ ਨਹੀਂ ਹੈ ਕਿ ਅਸੀਂ ਧਾਰਮਿਕ ਸਥਾਨਾਂ ਤੇ ਜਾਣਾ ਹੀ ਜਾਣਾ ਹੈ। ਜੇਕਰ ਉੱਤੇ ਕੋਈ ਸੰਤ ਮਹਾਪੁਰਸ਼ ਹੈ, ਜਾਣਾ ਹੈ ਸਾਧ ਸੰਗਤ ਜੀ, ਸਾਨੂੰ ਜਾਣਾ ਚਾਹੀਦਾ ਹੈ। ਉੱਥੇ ਸੰਤਾਂ ਮਹਾਪੁਰਸ਼ਾਂ ਦੇ ਨਾਲ ਸਾਨੂੰ ਵਿਚਾਰ ਵਿਮਰਸ਼ ਕਰਨੇ ਚਾਹੀਦੇ ਨੇ, ਗਿਆਨ ਲੈਣਾ ਚਾਹੀਦਾ ਉਹਨਾਂ ਤੋਂ। ਜਿੱਥੇ ਜਿੱਥੇ ਵੀ ਇਤਿਹਾਸਕ ਸਥਾਨ ਨੇ ਸਾਧ ਸੰਗਤ ਜੀ, ਸਾਨੂੰ ਦਰਸ਼ਨ ਕਰਨੇ ਚਾਹੀਦੇ ਨੇ। ਪਰ ਇੱਕ ਗੱਲ ਇਹ ਧਿਆਨ 'ਚ ਜ਼ਰੂਰ ਰੱਖਣੀ ਹੈ ਕਿ ਭਾਈ ਜੋ ਸਾਨੂੰ ਜਦੋਂ ਵੀ ਕੁਝ ਮਿਲਣਾ ਹੈ, ਸਰੀਰ ਦੇ ਵਿੱਚੋਂ ਹੀ ਮਿਲਣਾ ਹੈ। ਜਦੋਂ ਵੀ ਪ੍ਰਾਪਤੀ ਹੋਣੀ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਸਾਨੂੰ ਇਸ ਸਰੀਰ ਦੇ ਅੰਦਰੋਂ ਹੀ ਹੋਣੀ ਹੈ। ਤੁਰਕ ਮਸੀਤ ਅੱਲਾ ਟੁੰਡੇ, ਹਿੰਦੂ ਦੇਹਰੇ ਰਾਮ ਗੁਸਾਈ। ਕਿ ਮੁਸਲਮਾਨ ਭਰਾ ਆਪਣੇ ਅੱਲਾ ਦੀ ਤਲਾਸ਼ ਮਸਜਿਦ ਵਿੱਚ ਕਰਦੇ ਨੇ, ਹਿੰਦੂ ਆਪਣੇ ਰਾਮ ਦੀ ਤਲਾਸ਼ ਮੰਦਿਰ ਵਿੱਚ ਕਰਦੇ ਨੇ। ਸਾਧ ਸੰਗਤ ਜੀ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਉਸ ਰਾਮ ਰਹੀਮ ਪ੍ਰਭੂ ਨੂੰ ਆਪਣੇ ਅੰਦਰ ਹੀ ਖੋਜਿਆ ਹੈ, ਜਿੱਥੇ ਦੇਹਰਾ ਤੇ ਮਸੀਤ ਨਹੀਂ ਹੈ। ਇਹ ਸੱਚ ਹੈ ਸਾਧ ਸੰਗਤ ਜੀ। ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਨੇ, ਉਹਨਾਂ ਦਾ ਇੱਕੋ ਹੀ ਫਰਮਾਨ ਹੈ ਕਿ ਭਾਈ ਜਿੰਨੇ ਵੀ ਧਾਰਮਿਕ ਸਥਾਨ ਨੇ, ਉੱਥੇ ਪ੍ਰਮਾਤਮਾ ਦੀ ਭਜਨ ਬੰਦਗੀ ਹੁੰਦੀ ਹੈ। ਚਾਹੇ ਅਸੀਂ ਧਾਰਮਿਕ ਸਥਾਨਾਂ ਤੇ ਹੀ ਕਿਉਂ ਨਾ ਜਾਈਏ, ਪਰ ਜਦੋਂ ਪ੍ਰਾਪਤੀ ਹੋਣੀ ਹੈ ਸਾਨੂੰ ਸਰੀਰ ਦੇ ਵਿੱਚੋਂ ਹੀ ਹੋਣੀ ਹੈ। ਇਸ ਕਰਕੇ ਸਾਧ ਸੰਗਤ ਜੀ ਅਸੀਂ ਮਨ ਦੇ ਵਿੱਚ ਅਫਸੋਸ ਨਹੀਂ ਜੀ ਰੱਖਣਾ ਕਿ ਭਾਈ ਮੈਂ ਇਸ ਵਾਰ ਤੀਰਥ ਯਾਤਰਾ ਤੇ ਜਾਣਾ ਸੀ, ਨਹੀਂ ਜੀ ਜਾ ਸਕਿਆ। ਮੈਂ ਉਸ ਧਾਰਮਿਕ ਸਥਾਨ ਤੇ ਜਾਣਾ ਸੀ, ਨਹੀਂ ਜੀ ਜਾ ਸਕਿਆ। ਅਸੀਂ ਮਨ 'ਚ ਅਫਸੋਸ ਨਹੀਂ ਜੀ ਰੱਖਣਾ। ਅਗਰ ਸਮਾਂ ਮਿਲਦਾ ਹੈ, ਅਗਰ ਸਮਾਂ ਬਣਦਾ ਹੈ, ਸਾਧ ਸੰਗਤ ਜੀ ਸਾਧਨ ਬਣਦੇ ਨੇ ਭਾਈ ਉੱਥੇ ਜਾਣਾ ਹੈ, ਤਾਂ ਚੰਗੀ ਗੱਲ ਹੈ। ਨਹੀਂ ਜਾਇਆ ਜਾਂਦਾ ਤਾਂ ਮਨ 'ਚ ਅਫਸੋਸ ਨਹੀਂ ਜੀ ਰੱਖਣਾ, ਕਿਉਂਕਿ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਆ। ਜਿਵੇਂ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਹਰ ਧਰਮ ਦੇ ਲੋਕ ਆਪਣੇ ਆਪਣੇ ਪ੍ਰਮਾਤਮਾ ਨੂੰ ਧਾਰਮਿਕ ਸਥਾਨਾਂ ਤੇ ਲੱਭ ਰਹੇ ਨੇ, ਪਰ ਜਦੋਂ ਸੱਚਾ ਗੁਰੂ ਮਿਲਦਾ ਨਾ ਸਾਧ ਸੰਗਤ ਜੀ, ਉਸੇ ਧਰਮ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਤਾਂ ਮੇਰੇ ਅੰਦਰ ਹੈ। ਦੇਤਾ ਰਹੇ ਹਜ਼ਾਰ ਬਰਸ, ਮੁੱਲਾ ਚਾਹੇ ਅਜਾਨ, ਰਵਦਾਸ ਖੁਦਾ ਨਾ ਮਿਲ ਸਕੀ, ਜੋ ਲੋ ਮਨ ਸ਼ੈਤਾਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਸੱਚੀ ਪ੍ਰੀਤੀ ਤੋਂ ਬਿਨਾ ਅਸੀਂ ਜਿੰਨੇ ਮਰਜ਼ੀ ਪਾਠ ਕਰ ਲਈਏ ਗੁਰਬਾਣੀ ਦੇ, ਜਿੰਨੇ ਮਰਜ਼ੀ ਅਸੀਂ ਸਾਧ ਸੰਗਤ ਜੀ ਵੇਦ ਪੜ੍ਹ ਲਈਏ, ਸ਼ਾਸਤਰ ਪੜ੍ਹ ਲਈਏ, ਜਦੋਂ ਤੱਕ ਸਾਡੇ ਮਨ ਦੇ ਵਿੱਚ ਸੱਚੀ ਪ੍ਰੀਤ ਨਹੀਂ ਜੇ ਪੈਦਾ ਹੁੰਦੀ, ਜਦੋਂ ਤੱਕ ਅਸੀਂ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਨਹੀਂ ਜੇ ਕਰਦੇ, ਜਦੋਂ ਤੱਕ ਸਾਡੇ ਅੰਦਰੋਂ ਜੋ ਦਵੈਸ਼ ਨੇ ਨਾ ਸਾਧ ਸੰਗਤ ਜੀ ਉਹ ਖਤਮ ਨਹੀਂ ਜੇ ਹੁੰਦੇ, ਤਾਂ ਫਿਰ ਸਾਨੂੰ ਸਵੇਰੇ ਸਵੇਰੇ ਉੱਠ ਕੇ ਉਹ ਪਰਮ ਪਿਤਾ ਪ੍ਰਮਾਤਮਾ ਦੇ ਗੁਰਬਾਣੀ ਪੜ੍ਹਨ ਦਾ,
ਉਹ ਪਰਮ ਪਿਤਾ ਪ੍ਰਮਾਤਮਾ ਦੀ ਸਾਧ ਸੰਗਤ ਜੀ ਬੰਦਗੀ ਕਰਨ ਦਾ ਉਦੋਂ ਹੀ ਫਾਇਦਾ ਹੋਣਾ ਆ ਜਦੋਂ ਅਸੀਂ ਮਨ ਦੇ ਨਾਲ ਸੱਚੀ ਪ੍ਰੀਤ ਲਗਾਵਾਂਗੇ ਸਤਿਗੁਰਾਂ ਦੇ ਨਾਲ, ਪ੍ਰਮਾਤਮਾ ਦੇ ਨਾਲ। ਤੇ ਸਾਧ ਸੰਗਤ ਜੀ ਬਹੁਤੇ ਜੀਵ ਨੇ ਜੋ ਸਿਰਫ ਦਿਖਾਵਾ ਹੀ ਕਰਦੇ ਨੇ। ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਧਰਮ ਨੂੰ ਉਹਨਾਂ ਨੇ ਵਪਾਰ ਬਣਾ ਰੱਖਿਆ, ਬਿਜ਼ਨਸ ਬਣਾ ਰੱਖਿਆ ਆ। ਤੇ ਬਹੁਤੇ ਜੀਵ ਐਸੇ ਨੇ ਸਾਧ ਸੰਗਤ ਜੀ ਜੋ ਪ੍ਰਮਾਤਮਾ ਦੇ ਨਾਮ ਤੇ ਹਜ਼ਾਰਾਂ ਲੱਖਾਂ ਰੁਪਇਆ ਕਮਾ ਰਹੇ ਨੇ। ਪਰ ਸਾਧ ਸੰਗਤ ਜੀ ਇੱਥੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਾਚੀ ਪ੍ਰੀਤ ਬਿਨ ਰਾਮ ਨਾ ਪਾਇਆ। ਚਾਹੇ ਅਸੀਂ ਕਿਸੇ ਵੀ ਧਰਮ ਦੇ ਹਾਂ ਸਾਧ ਸੰਗਤ ਜੀ, ਸਾਰੇ ਧਰਮ ਸਤਿਕਾਰਯੋਗ ਨੇ। ਸਤਿਗੁਰਾਂ ਨੇ ਕਿਸੇ ਧਰਮ ਦਾ ਵਿਰੋਧ ਨਹੀਂ ਜੇ ਕੀਤਾ। ਮੁਸਲਮਾਨ ਸੋ ਦੋਸਤੀ, ਹਿੰਦੂਆਂ ਸੋ ਕਰ ਪ੍ਰੀਤ, ਰਵਿਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ। ਕਿ ਭਾਈ ਜਿੰਨੇ ਵੀ ਨੇ ਸਭ ਸਾਡੇ ਮੀਤ ਨੇ, ਸਭ ਸਾਡੇ ਦੋਸਤ ਨੇ, ਮਿੱਤਰ ਨੇ, ਭਰਾ ਨੇ, ਭੈਣਾਂ ਨੇ। ਤੇ ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਕਿਸ ਚੀਜ਼ ਦਾ ਵਿਰੋਧ ਕਰਦੇ ਨੇ? ਸਾਧ ਸੰਗਤ ਜੀ ਸਤਿਗੁਰੂ ਜੀ ਵਿਰੋਧ ਕਰਦੇ ਨੇ ਵਹਿਮਾਂ ਦਾ, ਅਡੰਬਰਾਂ ਦਾ, ਪਖੰਡਾਂ ਦਾ, ਦਿਖਾਵੇ ਵਾਲੀ ਭਗਤੀ ਦਾ। ਸਤਿਗੁਰੂ ਜੀ ਹਰ ਧਰਮ ਦਾ ਸਤਿਕਾਰ ਕਰਦੇ ਨੇ। ਪਰ ਸਾਧ ਸੰਗਤ ਜੀ ਸਤਿਗੁਰਾਂ ਨੇ ਅਗਰ ਵਿਰੋਧ ਕੀਤਾ ਹੈ, ਅਗਰ ਬਿਗਲ ਵਜਾਇਆ ਹੈ ਉਸ ਦੇ ਖਿਲਾਫ, ਤਾਂ ਉਹ ਹੈ ਅਡੰਬਰ, ਪਖੰਡ, ਵਹਿਮ ਭਰਮ, ਦਿਖਾਵੇ ਵਾਲੀ ਭਗਤੀ। ਤੇ ਇਸ ਲਈ ਸਤਿਗੁਰੂ ਜੀ ਅੱਜ ਸਮਝਾ ਰਹੇ ਨੇ, ਦੇਤਾ ਰਹੇ ਹਜ਼ਾਰ ਬਰਸ ਮੁੱਲਾ ਚਾਹੇ ਅਜਾਨ, ਰਵਿਦਾਸ ਖੁਦਾ ਨਾ ਮਿਲ ਸਕੈ ਜੋ ਲੋ ਮਨ ਸ਼ੈਤਾਨ। ਕਿ ਭਾਈ ਜਿੰਨੇ ਮਰਜੀ ਅਸੀਂ ਸਵੇਰੇ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਭਜਨ ਬੰਦਗੀ ਕਰੀਏ, ਜਦੋਂ ਤੱਕ ਸਾਡਾ ਮਨ ਸ਼ੈਤਾਨ ਹੈ ਉਦੋਂ ਤੱਕ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜਿਉਣੀ। ਇਸ ਲਈ ਸਾਧ ਸੰਗਤ ਜੀ ਜਦੋਂ ਵੀ ਅਸੀਂ ਸਵੇਰੇ ਉੱਠ ਕੇ ਭਜਨ ਬੰਦਗੀ ਤੇ ਬੈਠਣਾ, ਚਾਹੇ ਅਸੀਂ ਕਿਸੇ ਵੀ ਧਰਮ ਦੇ ਹਾਂ, ਤਾਂ ਉਸ ਪ੍ਰਮਾਤਮਾ ਦੇ ਪ੍ਰਤੀ ਅਸੀਂ ਸੱਚੀ ਪ੍ਰੀਤ ਰੱਖਣ ਦੀ ਕੋਸ਼ਿਸ਼ ਕਰਨੀ। ਅਸੀਂ ਇਹ ਸੋਚ ਕੇ ਪਾਠ ਕਰਨਾ ਕਿ ਉਹ ਪ੍ਰਮਾਤਮਾ ਮੇਰੇ ਅੰਦਰ ਹੀ ਹੈ। ਅਸੀਂ ਇਹ ਸੋਚ ਕੇ ਪਾਠ ਕਰਨਾ ਕਿ ਪਾਠ ਕਰਨ ਦੇ ਨਾਲ ਮੇਰੇ ਮਨ ਦੇ ਵਿੱਚ ਦਵੈਸ਼ ਖਤਮ ਹੋਵੇਗਾ। ਅਸੀਂ ਇਹ ਸੋਚ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਕਿ ਮੈਂ ਅੱਜ ਤੋਂ ਬਾਅਦ ਕਦੇ ਬੁਰੇ ਕੰਮ ਨਹੀਂ ਜੇ ਕਰਾਂਗਾ। ਤੇ ਸਾਧ ਸੰਗਤ ਜੀ ਫੇਰ ਹੀ ਗੁਰਬਾਣੀ ਪੜਨ ਦਾ, ਸਤਸੰਗ ਦੇ ਵਿੱਚ ਜਾਣ ਦਾ, ਫੇਰ ਹੀ ਸਾਧ ਸੰਗਤ ਜੀ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਪੜਨ ਦਾ ਫਾਇਦਾ ਹੁੰਦਾ ਆ। ਕਿ ਭਾਈ ਜਦੋਂ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਭਾਈ ਪ੍ਰਮਾਤਮਾ ਕਹਿ ਰਵਿਦਾਸ ਹੱਥ ਪੈਨੇ ਰਹੇ, ਕਿ ਭਾਈ ਪ੍ਰਮਾਤਮਾ ਮੇਰੇ ਅੰਦਰ ਹੈ, ਮੇਰੇ ਨੇੜੇ ਹੀ ਹੈ। ਜਦੋਂ ਅਸੀਂ ਇਹ ਮਹਿਸੂਸ ਕਰਾਂਗੇ ਨਾ ਸਾਧ ਸੰਗਤ ਜੀ, ਫਿਰ ਸਵੇਰੇ ਉੱਠ ਕੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਜਦੋਂ ਅਸੀਂ ਪਾਠ ਕਰਦੇ ਹਾਂ, ਚਾਹੇ ਅਸੀਂ ਕਿਸੇ ਵੀ ਧਰਮ ਦੇ ਹੋਈਏ, ਜੋ ਵੀ ਧਾਰਮਿਕ ਕਿਰਿਆ ਨੇ ਉਹ ਕਰਾਂਗੇ ਨਾ ਸਾਧ ਸੰਗਤ ਜੀ, ਫਿਰ ਸਾਡੇ ਮਨ ਦੇ ਅੰਦਰ ਜਿੰਨੇ ਵੀ ਦਵੈਸ਼ ਨੇ, ਜਿੰਨੇ ਵੀ ਬੁਰੇ ਕਰਮ ਅਸੀਂ ਕਰਦੇ ਆ ਨਾ ਦਿਨ ਦੇ ਵਿੱਚ, ਸਭ ਖਤਮ ਹੋ ਜਾਣੇ ਨੇ। ਪਰ ਲਿਆਣੀ ਅਸੀਂ ਸੱਚੀ ਪ੍ਰੀਤ ਆ ਪ੍ਰਮਾਤਮਾ ਦੇ ਪ੍ਰਤੀ। ਜੋ ਅੱਲਾ ਬਸੈ ਮਸੀਤ ਮੈਂ, ਮੰਦਰ ਮੈਂ ਭਗਵਾਨ, ਰਵਿਦਾਸ ਖੋਜੋ ਦਿਲ ਆਪਨੋ, ਤਿਨ ਪਾਇਓ ਰਹਿਮਾਨ। ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ, ਭਾਈ ਜੇਕਰ ਖੁਦਾ ਮਸਜਿਦ ਵਿੱਚ ਵਸਦਾ ਆ, ਫਿਰ ਮੰਦਰ ਵਿੱਚ ਭਗਵਾਨ ਕਿਉਂ ਨਹੀਂ? ਭਾਵ ਅੱਲਾ ਇੱਕ ਹੈ, ਸਰਵ ਵਿਆਪੀ ਹੈ। ਜਿਸ ਪ੍ਰਮਾਤਮਾ ਨੂੰ ਮੁਸਲਮਾਨ ਭਰਾ ਅੱਲਾ ਕਹਿੰਦੇ ਨੇ, ਹਿੰਦੂ ਭਰਾ ਜੋ ਨੇ ਰਾਮ ਕਹਿੰਦੇ ਨੇ, ਸਾਧ ਸੰਗਤ ਜੋ ਸਭ ਇੱਕ ਹੀ ਹੈ। ਚਾਹੇ ਅਸੀਂ ਅੱਲਾ ਕਹਿ ਲਈਏ, ਕ੍ਰਿਸ਼ਨ ਕਹਿ ਲਈਏ, ਰਾਮ, ਰਹੀਮ, ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਕਹਿ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋਂ ਏਕ ਰਾਮ ਕਹਿ ਛੁੱਟਿਆ। ਕਿ ਭਾਈ ਮੈਂ ਤਾਂ ਇੱਕ ਰਾਮ ਨਾਲ ਜੁੜ ਕੇ ਇਸ ਭਵ ਸਾਗਰ ਤੋਂ ਪਾਰ ਹੋਇਆ। ਤੇ ਸਾਧ ਸੰਗਤ ਜੀ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਉਹ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੁੜੇ ਨੇ। ਚਾਹੇ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਨੂੰ ਇੱਕ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਸਾਧ ਸੰਗਤ ਜੀ, ਪਰ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ ਜਿਸ ਦੇ ਕੋਲ ਸੱਚਾ ਗੁਰੂ ਹੈ। ਤੇ ਜਦੋਂ ਉਹ ਜੀਵ ਸੱਚੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਹੈ ਨਾ ਸਾਧ ਸੰਗਤ ਜੀ, ਫਿਰ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜੋ ਅੱਲਾ ਬਸੈ ਮਸੀਤ ਮੈਂ, ਮੰਦਰ ਮੈਂ ਭਗਵਾਨ, ਰਵਿਦਾਸ ਖੋਜੋ ਦਿਲ ਆਪਣੋ, ਤਿਨ ਪਾਇਓ ਰਹਿਮਾਨ। ਕਿ ਭਾਈ ਜਿਹਨੇ ਆਪਣੇ ਅੰਦਰ ਦੀ ਖੋਜ ਕੀਤੀ ਹੈ, ਉਸ ਨੂੰ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜੋ ਖੁਦਾ ਪੱਛਮ ਬਸੈ, ਤੋ ਪੂਰਬ ਬਸਤ ਹੈ ਰਾਮ, ਰਵਿਦਾਸ ਸਿਵੋ ਜੈ ਠਾਕੁਰੋ, ਜੇ ਕਾ ਠਾਵਨ ਨਾਮ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਜੇ ਮੁਸਲਮਾਨ ਦਾ ਖੁਦਾ ਪੱਛਮ ਦਿਸ਼ਾ ਵਿੱਚ, ਜਿਵੇਂ ਪੱਛਮ ਦਿਸ਼ਾ ਦੇ ਵਿੱਚ ਪਾਵਨ ਪਵਿੱਤਰ ਕਾਬਾ ਵਸਦਾ ਸਾਧ ਸੰਗਤ ਜੀ, ਤੇ ਫਿਰ ਹਿੰਦੂਆਂ ਦਾ ਜੋ ਰਾਮ ਹੈ। ਪਰੰਤੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਠਾਕੁਰ ਦੀ ਪੂਜਾ ਬਹੁਤੇ ਲੋਕ ਕਰਦੇ ਨੇ, ਕੋਈ ਪੂਰਬ ਵੱਲ ਮੂੰਹ ਕਰਕੇ ਕਰਦੇ ਨੇ, ਕੋਈ ਭਾਈ ਪੱਛਮ ਵੱਲ ਮੂੰਹ ਕਰਕੇ ਕਰਦੇ ਨੇ। ਪਰ ਪਰਮਾਤਮਾ ਸਾਧ ਸੰਗਤ ਜੀ ਉਸ ਦਾ ਜੋ ਸੰਬੰਧ ਹੈ ਕਿਸੇ ਧਾਰਮਿਕ ਸਥਾਨ ਨਾਲ ਨਹੀਂ ਹੈ।
परमात्मा का जो संबंध है किसी दिशा के नाल नहीं है, क्योंकि सतगुरु जी फरमाते ने वो सारी दुनिया का मालक हर थां ते है। साध संगत जी, बहुते धार्मिक लोग ने जो परमात्मा नूं एक स्थान नाल जोड़ के देखते हैं। सो साध संगत जी वडभागां वाले हो कि गुरुआं दे गुरु सतगुरु रविदास महाराज जी ने सानू सच दा रस्ता दिखाया है। कि भाई बहुते धार्मिक लोग ने जो अपने परमात्मा नूं अपने धार्मिक स्थानां नाल जोड़ के रखते हैं, पर सानू सतगुरु जी की फरमाते ने, भाई जिथे बैठे हो ना उत्थे ही परमात्मा है। चाहे तुसी घर दे विच हो उत्थे भी परमात्मा है, तुसी काम करदे हो जिथे साध संगत जी उत्थे भी परमात्मा है, तुसी जंगलां 'च बैठे हो उत्थे भी परमात्मा है, तुसी ट्रेन 'च सफर करदे हो साध संगत जी उत्थे भी परमात्मा है, बसां 'च सफर करदे हैं, हर जगह ते परमात्मा तुहाडे नाल है। कह रविदास हाथ पै नहीं रहे। ये जरूरी नहीं है साध संगत जी कि परमात्मा सिर्फ धार्मिक स्थानां ते वसदा है। सो साध संगत जी अज दे पावन पवित्र श्लोकां नूं पढ़ीए। बड़े पावन पवित्र श्लोक ने, क्योंकि बहुते मेरे जो भैन भरा ने वो धार्मिक स्थानां नाल जुड़े हुए ने। भाई चंगी गल है किसी धार्मिक स्थान ते जे जाण दा मौका मिले जाना चाहिए है। उत्थों दे जो इतिहास है वो पढ़ना चाहिए है, दर्शन दीदारे करने चाहिए ने। उत्थे अगर कोई संत महापुरुष बैठे ने उन्हां दे नाल विचार विमर्श करने चाहिए ने। मिले संत कुछ सुनिए कहिए, मिले असंत मस्ट कर रही है। ये गुरबाणी दा फरमान है साध संगत जी। जे किते साधु संत मिल जावे ना उन्हां नाल सानू विचार विमर्श करना चाहिए, ज्ञान दीयां गल्लां पुछणियां चाहिए ने। मन च कोई वहम परम अडंबर दे संबंध च कोई सवाल होवे पुछ लेना चाहिए है, मन च कोई दुविधा होवे पुछ लेनी चाहिए। पर जेकर कोई असंत मिल जावे उसदे सामने चुप ही रहना चाहिए। सो भाई जे किते धार्मिक स्थानां ते जाण दा मौका मिले जाना चाहिए है। पर साध संगत जी एक गल असीं मन दे विच रखनी है, दिमाग 'च रखनी है, जो सतगुरां ने सानू समझाई है कि सच दी प्राप्ति सानू अपने शरीर दे विचों ही होनी है। वो परम पिता परमात्मा दी प्राप्ति सानू अपने अंदरों ही होनी है। सब कुछ कर मैं बाहर नाही, बाहर टोले सो परम भलाई। सो भाई सतगुरां दा फरमान है, सारे धर्म सत्कारयोग ने। हर धर्म दे विच परमात्मा नू अलग अलग नावां दे नाल जाणिया जांदा है। सतगुरां ने सब धर्मां दा सत्कार किया। साध संगत जी जेकर विरोध किया है वह है वहमा भरमा अडंबरा पखंडां दा। मुसलमान सो दोस्ती, हिंदुअन सो कर प्रीत, रविदास जोत सब राम की सब है अपने में। बाबा साहब डॉक्टर भीमराव अंबेदकर जी ने भी साध संगत जी यही फरमाया सी कि भाई मेरा किसी धर्म दे नाल वैर विरोध नहीं है। अगर मैं विरोध करदा हाँ तां जाति प्रथा दा, ये अडंबरां दा, पखंडां दा, वैर विरोध दा, ये जो जात दे नां ते साध संगत जी किसी नूं वड्डा समझा जाता है, किसी नूं नीवा समझा जाता है। सतगुरु जी फरमाते ने मूर्ख है जो करता है वर्ण अवर्ण विचार। कि भाई ऐसे लोग मूर्ख ने जो जाता पातां दे विच फसे हुए हैं। अपने आप नूं वड्डा मनना भी मूर्खता। साध संगत जी अपने आप नूं छोटा मनना भी मूर्खता है। यही जो विचार सतगुरु रविदास महाराज जी दे सन। साध संगत जी यही सानू बाबा साहब डॉक्टर भीमराव अंबेदकर जी ने समझाया है कि भाई असी अपने आप नूं वड्डा भी नहीं समझना, असी अपने आप नूं छोटा भी नहीं जे समझना। वड्डा समझना भी पाप है, छोटा समझना भी पाप है। असी सब उस परमात्मा दे बच्चे हां। साध संगत जी वखरी गल है, कोई पैसा ज्यादा कमा लैंदा, कोई घट कमा लैंदा है। भाई जिहदे कोल ज्यादा पैसा है, जिहदे कोल घट है, उसकी मदद करे। क्योंकि सतगुरां ने यह भी फरमाया ना, सब में हर है, हर में सब है, हर अपनों जिन जाना। कि भाई जदों असीं पत्थरां दी पूजा करदे हां, पत्थर दी मूर्ति बना के, परमात्मा दी मूर्ति बना के उसकी पूजा करदे हां, ते जिथे सतगुरु नामदेव महाराज जी फरमाते ने सब गोबिंद है, सब गोबिंद है, गोबिंद बिन नहीं कोई। कि भाई जो जिंदा इंसान है उसके अंदर रब है। ते साध संगत जी ऐसे करके कहते ने नर सेवा नारायण सेवा। जे मौका मिले सानू, ठीक है भाई बहुते धार्मिक लोग ने जो पत्थरां दी मूर्तियां पूजते ने, पर साध संगत जी आओ जो सानू गुरबाणी समझा रही है कि भाई असी जे सेवा करिए जिंदा इंसान दी सेवा करिए, और रब उस दे अंदर बैठा है। क्योंकि साध संगत जी उस मूर्ति ने साडे नाल कदे गल्लां नहीं जी करनियां। अगर वो मूर्ति नूं देख के सानू परमात्मा दी याद आंदी है, चंगी गल है साध संगत जी, पर प्राप्ति सानू शरीर च ही होनी है। जदों भी परमात्मा बोलेगा साध संगत शरीर दे, साडे शरीर दे अंदरों ही बोलेगा। ते आओ साध संगत जी जिन्ने भी साडे भरा मुसीबत च ने, दुखी ने, असीं उन्हां दी सेवा करिए। ये उन्हां दी सेवा नहीं है, परमात्मा दी सेवा है।
ਜਦੋਂ ਅਸੀਂ ਕਿਸੇ ਦੇ ਬੱਚੇ ਨੂੰ ਖਿਡਾਉਂਦੇ ਨਾ ਸਾਧ ਸੰਗਤ ਜੀ, ਉਸਦੇ ਮਾਤਾ ਪਿਤਾ ਬੜੇ ਖੁਸ਼ ਹੁੰਦੇ ਨੇ। ਜੇਕਰ ਕੋਈ ਬੱਚਾ ਡਿੱਗ ਜੇ ਅਸੀਂ ਭੱਜ ਕੇ ਚੱਕੀਏ, ਪਰ ਉਹ ਉਸਦੇ ਮਾਤਾ ਪਿਤਾ ਬੜੇ ਖੁਸ਼ ਹੁੰਦੇ ਨੇ। ਅਗਰ ਕਿਤੇ ਕੋਈ ਬੱਚਾ ਇਕੱਲਾ ਜਾ ਰਿਹਾ ਆ, ਉਸਦੇ ਉੱਪਰ ਮੁਸੀਬਤ ਆ ਜਾਂਦੀ, ਅਸੀਂ ਉਸਨੂੰ ਬਚਾਉਂਦੇ ਆ, ਤੇ ਜਦੋਂ ਉਸਦੇ ਮਾਤਾ ਪਿਤਾ ਨੂੰ ਪਤਾ ਲੱਗਦਾ ਬੜਾ ਖੁਸ਼ ਹੁੰਦੇ ਨੇ ਸਾਧ ਸੰਗਤ ਜੀ। ਐਸੇ ਪ੍ਰਕਾਰ ਜਦੋਂ ਅਸੀਂ ਜੀਵਾਂ ਦੀ, ਜੋ ਪ੍ਰਮਾਤਮਾ ਦੇ ਨਾ ਅਸੀਂ ਸਾਰੇ ਬੱਚੇ ਆ ਸਾਧ ਸੰਗਤ ਜੀ, ਜਦੋਂ ਅਸੀਂ ਇਨਸਾਨਾਂ ਦੀ ਸੇਵਾ ਕਰਦੇ ਹਾਂ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ। ਸੋ ਆਓ ਰਲ ਮਿਲ ਕੇ ਰਹੀਏ ਸਾਧ ਸੰਗਤ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ। ਇਹ ਜੋ ਧਾਰਮਿਕ ਸਾਡੇ ਵਿੱਚ ਵੰਡਾਂ ਪਾਈਆਂ ਗਈਆਂ ਨੇ, ਜਾਤਾਂ ਪਾਤਾਂ ਦੀ ਵੰਡ ਨੇ ਸਾਧ ਸੰਗਤ ਜੀ, ਇਹਨਾਂ ਨੂੰ ਖਤਮ ਕਰੀਏ। ਤੇ ਜੋ ਗੁਰਬਾਣੀ ਦਾ ਫਰਮਾਨ ਹੈ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ, ਕਿ ਭਾਈ ਅਸੀਂ ਸਭ ਇਕੱਠੇ ਹੋ ਜਾਈਏ। ਕਿਉਂਕਿ ਸਾਧ ਸੰਗਤ ਜੀ ਹਰ ਇਨਸਾਨ ਦੀ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਜਾਤ ਦਾ ਹੋਵੇ, ਸਭ ਦੀਆਂ ਜ਼ਰੂਰਤਾਂ ਇੱਕੋ ਜਿਹੀਆਂ ਨੇ। ਹਰ ਕਿਸੇ ਨੂੰ ਬੱਚਿਆਂ ਲਈ ਸਿੱਖਿਆ ਚਾਹੀਦੀ ਹੈ, ਬਿਮਾਰ ਹੋਣ ਤੇ ਦਵਾਈ ਚਾਹੀਦੀ ਹੈ, ਰੁਜ਼ਗਾਰ ਚਾਹੀਦਾ। ਸਾਧ ਸੰਗਤ ਜੀ ਸਾਡੀਆਂ ਜੋ ਜ਼ਰੂਰਤਾਂ ਨੇ ਉਹ ਸਭਨਾਂ ਦੀਆਂ ਇੱਕੋ ਜਿਹੀਆਂ ਨੇ। ਪਰ ਫਿਰ ਵੀ ਅਸੀਂ ਆਪਸ ਦੇ ਵਿੱਚ ਕੀ ਕਰਦੇ ਆ, ਧਰਮ ਤੇ ਜਾਤਾਂ ਦੇ ਨਾਂ ਤੇ ਸਾਧ ਸੰਗਤ ਜੀ ਸਾਡੇ ਵਿੱਚ ਵੰਡੀਆਂ ਪਾਈਆਂ ਹੋਈਆਂ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕਹਿੰਦੇ ਨੇ, ਫਰਮਾ ਰਹੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਮਧੂ ਮੱਖੀਆਂ ਵਾਂਗੂ ਅਸੀਂ ਇਕੱਠੇ ਹੋ ਜਾਈਏ ਸਾਧ ਸੰਗਤ ਜੀ। ਤੇ ਜੋ ਸਮੇਂ ਦੀਆਂ ਸਾਧ ਸੰਗਤ ਜੀ ਜੋ ਚਲਾਕ ਲੋਕ ਨੇ ਨਾ, ਇਹ ਹਮੇਸ਼ਾ ਤੋਂ ਹੀ ਬਣਿਆ ਰਿਹਾ ਹੈ ਕਿ ਉਹ ਸਾਨੂੰ ਇਕੱਠੇ ਨਹੀਂ ਜਿਉਣ ਦਿੰਦੇ। ਕਾਰਨ ਕੀ ਹੈ? ਕਿਉਂਕਿ ਜਦੋਂ ਇਹ ਜੀਵ ਇਕੱਠੇ ਹੋਣਗੇ ਸਾਧ ਸੰਗਤ ਜੀ, ਬਹੁਤਿਆਂ ਦੀਆਂ ਦੁਕਾਨਾਂ ਜੇ ਬੰਦ ਹੁੰਦੀਆਂ ਨੇ। ਇਸ ਕਰਕੇ ਭਾਈ ਸੱਚ ਦੇ ਨਾਲ ਜੁੜੋ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਨਿਕਲੋ। ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਹੀ ਪੜੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ। ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰ ਕੋ ਜਾਣ ਅਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰਵਾਓ, ਤਾਂ ਜੋ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ। ਇਹੀ ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਸੀ, ਪੜੋ। ਅੱਗੇ ਬਾਬਾ ਸਾਹਿਬ ਨੇ ਸਾਨੂੰ ਸਮਝਾਇਆ ਸੀ, ਜੁੜੋ। ਤੇ ਸਤਿਗੁਰੂ ਜੀ ਵੀ ਸਾਨੂੰ ਇਹੀ ਸਮਝਾ ਕੇ ਗਏ ਸਨ ਸਾਧ ਸੰਗਤ ਜੀ, ਬਾਬਾ ਸਾਹਿਬ ਤੋਂ ਪਹਿਲਾਂ। ਤੇ ਅੱਜ ਵੀ ਅੰਮ੍ਰਿਤ ਬਾਣੀ 'ਚ ਸਾਨੂੰ ਇਹੀ ਸਮਝਾ ਰਹੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ। ਕਿ ਭਾਈ ਸਾਰੇ ਭੇਦ ਭੁਲਾਓ, ਭੇਦ ਭਾਵ ਜੋ ਨੇ ਸਾਧ ਸੰਗਤ ਜੀ ਜਾਤਾਂ ਪਾਤਾਂ ਦੇ ਧਰਮ ਦੇ, ਉਹ ਸਭ ਭੁਲਾ ਕੇ ਅਸੀਂ ਮਧੂਮੱਖੀਆਂ ਵਾਂਗੂ ਇਕੱਠੇ ਹੋ ਜਾਈਏ। ਤੀਸਰਾ ਜੋ ਉਪਦੇਸ਼ ਸੀ ਬਾਬਾ ਸਾਹਿਬ ਦਾ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ, ਜਾਣ ਲਿਓ ਰਹਿ ਮੀਤ ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ ਸਾਧ ਸੰਗਤ ਜੀ, ਚਾਹੇ ਗੁਲਾਮੀ ਮਾਨਸਿਕ ਹੋਵੇ ਚਾਹੇ ਸਰੀਰਿਕ, ਇਹ ਪਾਪ ਹੈ। ਪਰਾਧੀਨਤਾ ਪਾਪ ਹੈ। ਤੇ ਸਾਧ ਸੰਗਤ ਜਿਸ ਪਾਪ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਸਭ ਦਾ ਭਲਾ ਕਰਨਾ ਹੈ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅਨ, ਛੋਟ ਬੜੇ ਸਭ ਸੰਬਸੈ, ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਸਭ ਦਾ ਭਲਾ ਸੋਚਦਾ ਮੰਗਦਾ ਆ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ। ਸੋ ਭਾਈ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ, ਕਰੇ ਆਨ ਕੀ ਆਸ। ਤੇ ਨਰ ਦੋਜਕ ਜਾਹਿੰਗੇ, ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ, ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ, ਸਤਨਾਮ ਸਤਨਾਮ ਸੋਹੰ ਸਤਨਾਮ।